ਕੈਨੇਡਾ ਸਰਕਾਰ ਵੱਲੋਂ ਜੋ ਵਿੱਤੀ ਮਦਦ ਜਾਂ ਹੋਰ ਮਦਦ ਦਿੱਤੀ ਜਾ ਰਹੀ ਹੈ ਉਸ ਦਾ ਦਾਇਰਾ ਵਧਾਏ ਜਾਣ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜੋ ਕੱਲ੍ਹ ਐਲਾਨ ਕੀਤਾ ਗਿਆ ਤੇ ਅੱਜ ਵੀ ਐਲਾਨ ਕੀਤਾ ਗਿਆ, ਬੇਸ਼ੱਕ ਉਹ ਆਮ ਨਾਗਰਿਕਾਂ ਦੇ ਲਈ ਜਾਂ ਬਿਜ਼ਨੈਸਿਸ ਦੇ ਲਈ ਹੈ। ਇਹਨਾਂ ਸਾਰੇ ਚੀਜ਼ਾਂ ਦੇ ਉੱਤੇ ਜੋ ਸਵਾਲ ਸਾਹਮਣੇ ਆਏ ਉਸ ਤੇ MP ਰਣਦੀਪ ਸਰਾਏ ਨੂੰ ਅਸੀਂ ਸਵਾਲ ਪੁੱਛੇ ਤੇ ਉਹਨਾਂ ਨੇ ਜਵਾਬ ਦਿੱਤੇ। ਇਸ ਦੇ ਨਾਲ ਹੀ ਇਹ ਵੀ ਜੋ ਖੇਤੀਬਾੜੀ ਮੰਤਰੀ ਦੇ ਵੱਲੋਂ ਕਿਹਾ ਗਿਆ ਸੀ ਕਿ ਖਾਣ ਪੀਣ ਦਾ ਸਮਾਨ ਆਉਂਦੇ ਸਮੇਂ ਦੇ ਵਿੱਚ ਮਹਿੰਗਾ ਹੋ ਸਕਦਾ ਹੈ, ਕੋਵਿਡ-19 ਦਾ ਪ੍ਰਭਾਵ ਪੈ ਸਕਦਾ ਹੈ ਕਿ ਮਹਿੰਗਾਈ ਵੀ ਹੋ ਸਕਦੀ ਹੈ ਤੇ ਇਸੇ ਨੂੰ ਲੈ ਕੇ ਵੀ MP ਰਣਦੀਪ ਸਰਾਏ ਨੇ TV ਪੰਜਾਬ ਦੇ ਉੱਤੇ ਜਾਣਕਾਰੀ ਦਿੱਤੀ। ਤੁਹਾਨੂੰ ਸੁਣਾਉਂਦੇ ਕਿ ਉਹਨਾਂ ਨੇ ਕੀ ਕੁਝ ਕਿਹਾ। ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਐਲੀਜੀਬਿਲਿਟੀ ਨੂੰ ਲੈ ਕੇ ਕੱਲ ਅਨਾਉਂਸਮੈਂਟ ਹੋਈ ਹੈ ਕਿ ਦਾਇਰਾ ਵਧਾ ਦਿੱਤਾ ਗਿਆ ਹੈ। ਕੱਲ ਜਿਹੜੇ ਐਮਰਜੈਂਸੀ ਫੰਡਸ ਨੂੰ ਲੈ ਕੇ ਤੇ ਅੱਜ ਜਿਹੜੇ ਬਿਜ਼ਨੈਸਿਸ ਨੂੰ ਲੈ ਕੇ ਹੋਈ ਹੈ, ਦੋਵਾਂ ਦੀ ਗੱਲ ਕਰਾਂਗੇ। ਤੇ ਪਹਿਲਾਂ ਐਮਰਜੈਂਸੀ ਫੰਡ ਦੇ ਬਾਰੇ ਤੁਸੀਂ ਡਿਟੇਲਸ ਦੱਸ ਦਿਓ। ਸ਼ੋਰ ਜਿਹੜੇ ਐਮਰਜੈਂਸੀ ਫੰਡਸ ਜਿਹੜੇ $1000 ਤੱਕ ਬਣਾਉਂਦੇ ਆ ਉਹ ਵੀ ਸਰਵ ਬੈਨੀਫਿਟਸ ਵਾਸਤੇ ਐਲੀਜੀਬਲ ਹੋਣਗੇ। ਸੋ ਇਹਦੇ ਨਾਲ ਉਹ ਹੈਗੇ ਜਿਹੜੇ ਕਿ ਪਾਰਟ ਟਾਈਮ ਲੋਕ ਕੰਮ ਕਰਦੇ ਸੀਗੇ, ਉਹਨਾਂ ਦੀ ਥੋੜੀ ਵੇਜਸ ਸੀਗੀ, ਉਹਨਾਂ ਨੂੰ ਥੋੜਾ ਟਾਪ ਅਪ ਬੈਨੀਫਿਟ ਮਿਲੂਗਾ। ਸੋ ਉਹ ਅਪ ਟੂ 1000 ਬਣਾ ਸਕਦੇ ਜਿੰਨਾ ਉਹਨਾਂ ਦੀ ਕੋਈ ਕਟਿਆਈ ਨਾ ਹੋਊਗੀ ਸਰਵ ਬੈਨੀਫਿਟਸ ਤੇ। ਇਸੇ ਤਰ੍ਹਾਂ ਜਿਹੜੇ ਹੈਲਥ ਕੇਅਰ ਵਰਕਰਸ ਆ ਜਿਹੜੇ 2500 ਤੋਂ ਘੱਟ ਬਣਾ ਰਹੇ ਆ ਇਸ ਵੇਲੇ, ਉਹਨਾਂ ਨੂੰ ਟਾਪ ਅਪ ਕੀਤਾ ਜਾਊਗਾ ਤਾਂ ਕਿ ਉਹ ਐਟਲੀਸਟ 2500 ਅ ਮੰਥ ਕਰਨਗੇ। ਸੋ ਇਹ ਖਾਸ ਕਰਕੇ ਜਿਹੜੇ ਕੇਅਰ ਏਡਸ ਹੈਗੀਆਂ ਜਿਹੜੀਆਂ ਹਸਪੀਟਲ ਦੇ ਐਸੈਂਸ਼ੀਅਲ ਸਟਾਫ ਜਾਂ ਕੁਕਿੰਗ ਕਲੀਨਿੰਗ ਉਹਨਾਂ ਵਾਸਤੇ ਅਸਿਸਟ ਕਰਨ ਲਈ। ਕਈ ਲੋਕ ਅੱਗੇ 2 ਹਸਪੀਟਲਾਂ 'ਚ ਕੰਮ ਕਰਦੇ ਹੁੰਦੇ ਸੀ, 20 ਘੰਟੇ ਇੱਕ ਹਸਪੀਟਲ 20 ਘੰਟੇ ਦੂਸਰੇ ਹਸਪੀਟਲ 'ਚ। ਹੁਣ ਉਹਨੇ ਬੰਦ ਕਰ ਦਿੱਤਾ ਕਿਉਂਕਿ ਉਹ ਕੋਵਿਡ-19 ਨੂੰ ਬਿਮਾਰੀ ਨੂੰ ਕੈਰੀ ਕਰਨ ਤੋਂ ਬਚਾਅ ਕਰਨ BC ਨੇ ਵੀ ਕੀਤਾ, ਮੇਰੇ ਖਿਆਲ ontario ਵੀ ਹੁਣ ਕਰ ਰਿਹਾ। ਉਹਨਾਂ ਨੂੰ ਫਿਰ ਇਨਕਮ ਦੀ ਸ਼ੋਰਟੇਜ ਆ ਰਹੀ ਆ, ਉਹਨਾਂ ਵਾਸਤੇ ਇਹ ਅਸਿਸਟੈਂਸ ਕੀਤਾ ਜਾ ਰਿਹਾ ਤਾਂ ਕਿ ਸਾਡੇ ਫਰੰਟ ਲਾਈਨ ਵਰਕਰ ਪ੍ਰੋਪਰਲੀ ਸਿਕਿਉਰ ਹੋਣ ਜੀ। ਤੇ ਫਿਰ ਜਿਹੜਾ ਇਹਦੇ ਵਿੱਚ ਕੀਤਾ ਗਿਆ ਕਿ 1000 ਤੋਂ ਘੱਟ ਜਿਹਦੀ ਇਨਕਮ ਹੈ ਰਹੀ ਹੈ ਤਾਂ ਉਹਨਾਂ ਨੂੰ ਵੀ ਹੈਲਪ ਦਿੱਤੀ ਜਾਊਗੀ। ਪਰ ਇਹਦੇ ਵਿੱਚ ਇਹ ਵੀ ਹੈ ਕਿ ਜੇ ਉਹਨਾਂ ਨੂੰ 1000 ਤੋਂ ਘੱਟ ਇਨਕਮ ਹੈ, ਪਰ ਜਿਹੜਾ ਲਾਸਟ ਈਅਰ ਉਹਨਾਂ ਨੇ ਟੈਕਸ ਭਰਿਆ ਤੇ 5000 ਤੱਕ ਇਨਕਮ ਸੀਗੀ ਤਾਂ ਉਹਨਾਂ ਨੂੰ ਮਿਲੇਗਾ, ਜਾਂ ਫਿਰ ਇਸ ਵਾਰ ਜੇਕਰ ਹੁਣ 2 ਮਹੀਨੇ ਪਹਿਲਾਂ ਕੋਈ ਕੈਨੇਡਾ ਵਿੱਚ ਆਇਆ, PR ਹੋਇਆ, ਜਨਵਰੀ ਤੋਂ ਹੀ ਕੰਮ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਵੀ ਮਿਲ ਜਾਏਗਾ ਹੁਣ? No, so again, I think ਉਹ ਜਿਹੜਾ 5000 ਰੂਲ ਕੇ ਚਾਹੇ ਪਿਛਲੇ ਸਾਲ ਦੇ ਵਿੱਚ 5000 ਬਣਾਇਆ ਹੋਵੇ ਜਾਂ ਪਿਛਲੇ 12 ਮਹੀਨਿਆਂ ਦੇ ਵਿੱਚ 5000 ਬਣਾਇਆ ਹੋਵੇ, ਉਹ ਹਜੇ ਸਟੈਂਡ ਹੋ ਰਿਹਾ। ਸੋ ਉਹ ਨਹੀਂ ਚੇਂਜ ਹੋ ਰਿਹਾ, ਉਹ ਮਿਨੀਮਮ ਹੈਗਾ। ਸੋ ਜੇ 1000 ਵੀ ਬਣਾਇਆ ਤੁਸੀਂ ਪਿਛਲੇ 5 ਮਹੀਨਿਆਂ ਦੇ ਵਿੱਚ ਤੁਸੀਂ ਐਲੀਜੀਬਲ ਹੈਗੇ, ਪਰ ਜੇ ਤੁਸੀਂ ਜਸਟ ਹੁਣੀ ਆਏ ਆ ਉਹ ਪ੍ਰੋਬਬਲੀ ਨਹੀਂ ਐਲੀਜੀਬਲ ਹੋਣਗੇ। ਪਰ ਅਗੇਨ ਮੈਂ ਉਹਨਾਂ ਨੂੰ ਅਰਜ਼ ਕਰਦਾ ਕਿ ਜੋਬਾਂ ਕਾਫੀ ਹਜੇ ਵੀ ਹੈਗੀਆਂ, ਜਿਵੇਂ ਐਸੈਂਸ਼ੀਅਲ ਸਰਵਿਸਿਜ਼, ਗੈਸ ਸਟੇਸ਼ਨਸ, ਵਾਲਮਾਰਟਸ, ਗਰੋਸਰੀ ਸਟੋਰਾਂ, ਟਰੱਕਿੰਗ ਕੰਪਨੀ, ਇਹ ਕਾਫੀ ਭਾਲ ਰਿਹਾ ਇਸ ਵੇਲੇ ਐਮਪਲੋਇਆਂ ਦੀ। ਸੋ ਜ਼ਰੂਰ ਉਹ ਟਰਾਈ ਕਰਨ। ਇਹ ਨਹੀਂ ਹੈਗਾ ਕਿ ਉਹਨਾਂ ਵਾਸਤੇ ਕੰਮ ਨਹੀਂ ਹੈਗਾ, ਸ਼ਾਇਦ ਜਿਹੜੇ ਉਹਨਾਂ ਦੇ ਫੀਲਡ 'ਚ ਚਾਹੁੰਦੇ ਉਹ ਨਾ ਹੋਵੇ, ਬਟ ਐਟਲੀਸਟ ਉਹ ਉਹਨਾਂ 'ਤੇ ਟਰਾਈ ਕਰਨ ਜੇ ਉਹਨਾਂ ਨੂੰ ਸਰਵ ਬੈਨੀਫਿਟਸ ਨਹੀਂ ਐਲੀਜੀਬਲ ਹੈਗੇ। ਤੇ ਇਹਦੀ ਜਦੋਂ ਅਨਾਉਂਸਮੈਂਟ ਹੋਈ ਸੀ ਉਹ ਤੋਂ ਜਿਵੇਂ ਹੁਣ ਅਗਰ ਕਿਸੇ ਦੇ ਉਹ ਲਿਮਿਟ ਪੂਰੀ ਹੋ ਜਾਂਦੀ ਹੈ ਕਿ ਹੁਣ ਤੱਕ ਅਪ੍ਰੈਲ ਤੱਕ ਕਿਸੇ ਨੇ ਅਨਾਉਂਸਮੈਂਟ ਤੋਂ ਬਾਅਦ 5000 ਬਣਾ ਲਿਆ ਹੋਵੇ, ਜਦੋਂ ਤੁਸੀਂ ਅਪਲਾਈ ਕਰਦੇ ਹੋ ਉਦੋਂ 5000 ਤੁਹਾਡੀ ਐਲੀਜੀਬਿਲਿਟੀ ਮੇਰੇ ਖਿਆਲ ਚਾਹੀਦੀ ਹੈ। ਸੋ ਫੋਰ ਐਗਜ਼ਾਮਪਲ ਕਿ ਇਹਨੂੰ ਹੁਣ ਕੋਵਿਡ-19 ਕਰਕੇ, ਸੋ ਇਹ ਨਹੀਂ ਮੀਨ ਕਿ ਮਾਰਚ 15 ਤੋਂ ਸਾਰਿਆਂ ਲਈ ਆ, ਜਿਹੜਾ 15 ਤੋਂ ਅਫੈਕਟਡ ਉਹਨੂੰ 15 ਤੋਂ ਆ, ਜਿਹੜਾ 20 ਤੋਂ ਅਫੈਕਟਡ ਉਹਨੂੰ 20 ਤੋਂ ਆ, ਇਸ ਤਰ੍ਹਾਂ ਹੈਗਾ। ਤੇ ਫਿਰ ਜਿਹੜੀ ਇੱਕ ਗੱਲ ਪੁੱਛੀ ਗਈ ਸੀ ਕਿ ਪਾਰਟ ਟਾਈਮ ਜਿਹੜੇ ਕੰਮ ਕਰਦੇ ਨੇ, ਹੁਣ ਜਿਹੜੇ ਕੇਅਰ ਹੋਮਸ ਦੇ ਵਿੱਚ ਵੀ ਕਿਹਾ ਗਿਆ ਕਿ 2500 ਤੱਕ ਸੈਲਰੀ ਹੋਊਗੀ ਕਿ ਵਧਾ ਦਿੱਤੀ ਜਾਊਗੀ, ਪਰ ਜਿਹੜੇ ਪਾਰਟ ਟਾਈਮ ਕੰਮ ਕਰਦੇ ਨੇ ਉਹਨਾਂ ਦੀ ਵੀ ਹੋਊਗੀ ਜਾਂ ਸਿਰਫ ਫੁੱਲ ਟਾਈਮ ਦੇ? ਇਹ ਦੇਖੋ ਮੇਰੇ ਪੂਰੀ ਡਿਟੇਲਸ ਦੇ ਵਿੱਚ 1-2 ਦਿਨ ਦੇ ਵਿੱਚ ਆ ਜਾਊਗਾ, ਫਿਰ ਮੈਂ ਐਗਜ਼ੈਕਟ ਉੱਤੇ ਕਲੈਰੀਫਾਈ ਕਰ ਸਕਦਾ, ਪਰ ਮੇਰਾ ਖਿਆਲ ਪਾਰਟ ਟਾਈਮ ਜਿਹੜੇ ਉਹ ਐਲੀਜੀਬਲ ਹੋਣਗੇ ਜੀ। ਤੇ ਫਿਰ ਬਿਜ਼ਨੈਸਿਸ ਦੇ ਲਈ ਜਿਹੜੀ ਅੱਜ ਅਨਾਉਂਸਮੈਂਟ ਹੋਈ ਹੈ ਉਹਦੇ ਵਾਸਤੇ ਦੱਸ ਦਿਓ। ਹਾਂਜੀ, ਉਹ ਅੱਗੇ ਸੀਗੀ ਕਿ ਜਿਹੜੀ ਪੇਰੋਲ ਕੰਪਨੀ ਦੀ 50000 ਤੋਂ 1 ਮਿਲੀਅਨ ਆ, ਉਹਨਾਂ ਨੂੰ ਐਲੀਜੀਬਲ ਸੀਗਾ ਲੋਨ ਜਿਹੜਾ $40,000, ਜਿਹਦੇ ਵਿੱਚੋਂ 10,000 ਤੁਹਾਨੂੰ ਮਾਫ ਹੁੰਦਾ ਜੇ ਤੁਸੀਂ 2 ਸਾਲਾਂ ਦੇ ਵਿੱਚ ਇਹਨੂੰ ਪੇ ਆਫ ਕਰਦੇ ਬੈਕ, ਔਰ ਇੰਟਰਸਟ ਫਰੀ ਆ। ਉਹ ਕਈ ਲੋਕਾਂ ਨੂੰ ਸੀਗਾ ਕਿ ਉਹ ਜਸਟ ਫੋਰ ਐਗਜ਼ਾਮਪਲ ਇੱਕ EMPLOYEE ਉਹਨਾਂ ਦੇ ਕੰਮ ਕਰਦਾ ਸੀਗਾ ਜਾਂ 2 ਪਾਰਟ ਟਾਈਮ ਕਰਦੇ ਸੀ, ਇਸ ਕਰਕੇ ਉਹ ਐਲੀਜੀਬਲ ਨਹੀਂ ਹੈਗੇ, ਪਰ ਉਹ ਲੋੜਵੰਦ ਇਸ ਵੇਲੇ ਬਹੁਤ ਸੀ। ਉਹਨਾਂ ਨੂੰ ਅਕੋਮੋਡੇਟ ਕਰਨ ਵਾਸਤੇ ਹੁਣ 20000 ਦੀ ਕੀਤੀ ਗਈ, ਜਿਨ੍ਹਾਂ ਨੂੰ ਪੇਰੋਲ ਐਟਲੀਸਟ 20,000 ਆ ਐਂਡ ਅਬਵ, ਉਹ ਐਲੀਜੀਬਲ ਹੋ ਸਕਦੇ ਅਪ ਟੂ 1.4 ਮਿਲੀਅਨ, ਆਈ ਥਿੰਕ 1.5 ਮਿਲੀਅਨ। ਸੋ ਇਹ ਰੇਂਜ ਵਧਾਇਆ, ਟਾਪ ਐਂਡ ਤੇ ਵੀ ਵਧਾਇਆ ਗਿਆ ਤੇ ਬਾਟਮ ਐਂਡ ਤੇ ਵੀ ਵਧਾਇਆ ਗਿਆ ਤਾਂ ਕਿ ਉਹਨਾਂ ਨੂੰ ਉਹ 40,000 ਦੀ ਰਕਮ ਮਿਲ ਸਕਦੀ ਆ, ਪਲੱਸ ਵੇਜ ਸਬਸਿਡੀ ਉਹਨਾਂ ਨੂੰ ਮਿਲ ਸਕਦੀ ਆ। ਇਹ ਦੋਨਾਂ ਚੀਜ਼ਾਂ ਦੇ ਨਾਲ ਉਹਨਾਂ ਨੂੰ ਵੇਜ ਸਬਸਿਡੀ, ਖਾਸ ਕਰਕੇ ਜਿਹੜਾ ਲੋਨ ਦੀ ਹੈਗੀ ਆ, ਉਹਨਾਂ ਨੂੰ ਆਪਣੇ ਰੈਂਟਲ ਆ, ਜਿਵੇਂ ਜੇ ਕੋਈ ਕਾਫੀ ਸ਼ਾਪ ਆ ਜਾਂ ਛੋਟੀ ਦੁਕਾਨ ਹੈਗੀ, ਉਹ ਆਪਣੇ ਰੈਂਟਲ ਔਰ ਹੋਰ ਚੀਜ਼ਾਂ ਵਾਸਤੇ ਅਸਿਸਟੈਂਸ ਉਹਨਾਂ ਨੂੰ ਮਿਲ ਸਕਦਾ। ਉਸ ਦੇ ਨਾਲ ਅਸੀਂ ਅਨਾਊਂਸ ਕੀਤਾ ਕਿ ਅਸੀਂ ਸੂਬੇ ਦੀਆਂ ਸਰਕਾਰਾਂ, ਕਿਉਂਕਿ ਰੈਂਟ ਜਿਹੜਾ ਹੈਗਾ ਇਹ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ, ਪਰ ਅਸੀਂ ਅਸਿਸਟ ਕਰਾਂਗੇ
ਜਿਹੜੇ ਕਮਰਸ਼ੀਅਲ ਲੋਨ ਆ ਸਮਾਲ ਬਿਜ਼ਨਸ ਜਿਹੜੇ ਲੀਸਾਂ ਦੇ ਵਿੱਚ ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਹੈਲਪ ਕੀਤਾ ਜਾਊਗਾ ਅਪ ਟੂ ਅ ਸਰਟਨ ਅਮਾਊਂਟ ਔਰ ਪ੍ਰੋਵਿੰਸ ਜਿਹੜੇ ਨਾਲ ਸਾਡੇ ਨਾਲ ਸਹਿਯੋਗ ਦੇਣਗੇ ਉਹਨਾਂ ਨੂੰ ਉਹ ਮਿਲੂਗਾ। ਸੋ ਉਹ ਕੋਸ਼ਿਸ਼ ਕਰ ਰਿਹਾ ਕਿ ਉਹ BC ਤੇ ontario ਤੇ ਹੋਰਨਾਂ ਪ੍ਰੋਵਿੰਸਾਂ ਦੇ ਨਾਲ ਨੈਗੋਸ਼ੀਏਸ਼ਨ ਚੱਲ ਕੇ ਅਸੀਂ ਇੱਕ ਹੱਲ ਕਰੀਏ ਤਾਂ ਕਿ ਜਿਨ੍ਹਾਂ ਦੇ ਵੱਡੀਆਂ ਨਹੀਂ ਹੈਗੀਆਂ ਜਿਹੜੀਆਂ ਦੁਕਾਨਾਂ ਪਰ ਜਿਹੜੇ ਮੋਮ ਐਂਡ ਪੌਪ ਸ਼ਾਪਸ ਹੈਗੀਆਂ ਫਰੈਂਚਾਈਜ਼ ਹੈਗੀਆਂ ਉਹਨਾਂ ਨੂੰ ਹੈਲਪ ਹੋਊਗੀ ਤਾਂ ਕਿ ਉਹ ਆਪਣਾ ਰੈਂਟ ਡਿਫਰ ਕਰ ਸਕਣ ਜਾਂ ਗਵਰਨਮੈਂਟ ਉਹਨਾਂ ਨੂੰ ਕੁਛ ਪੈਸੇ ਦੇਊਗੀ ਰੈਂਟ ਵਾਸਤੇ ਔਰ ਉਹ ਗਾਂਹ ਮਾਫ ਕੀਤਾ ਜਾਊਗਾ ਉਹਦਾ। ਤੇ ਫਿਰ ਜਿਹੜਾ ਇਹਦੇ ਵਿੱਚ ਇੱਕ ਆਪਸ਼ਨ ਹੈਗੀ ਹੈ ਕਿ ਜਿਹੜਾ ਲੋਨ ਲੈਣਾ ਹੈ ਉਹਦੇ ਵਿੱਚ $10,000 ਤੱਕ ਹੈ ਜਿਹੜਾ ਰੀਪੇਬਲ ਨਹੀਂ ਹੈਗਾ ਹਾਂਜੀ ਉਹ ਹਰ ਇੱਕ ਦੇ ਵਾਸਤੇ ਹੈ ਜਾਂ ਲਿਮਿਟ ਹੈ ਜਿਹੜਾ ਇੰਨਾ ਲੋਨ ਲੈਂਦਾ ਉਹਦੇ ਲਈ ਇੰਨਾ ਹੋਵੇਗਾ ਜਸਟ ਹਰ ਇੱਕ ਦੇ ਵਾਸਤੇ? ਨਹੀਂ ਸੋ 40,000 ਲਾਈਨ ਆਫ ਕ੍ਰੈਡਿਟ ਸਾਰਿਆਂ ਵਾਸਤੇ ਆ ਜਿਹੜੇ ਉਹ ਸੇਮ ਅਮਾਊਂਟ ਦੀ ਅਪਰੂਵ ਹੁੰਦੀ ਗਵਰਨਮੈਂਟ ਆਫ ਕੈਨੇਡਾ ਉਹਨੂੰ ਅਪਰੂਵ ਕਰਦਾ ਔਰ ਗਾਰੰਟੀ ਕਰਦਾ ਆ ਔਰ ਉਹ ਹਰ ਇੱਕ ਜਿਹੜਾ December 2022 ਤੱਕ ਉਹਨੂੰ ਪੇ ਬੈਕ ਕਰ ਦੂਗਾ ਉਹਨੂੰ 10,000 ਮਾਫ ਕੀਤਾ ਜਾਊਗਾ। ਤੇ ਫਿਰ ਹੁਣ ਕਿੰਨੇ ਜ਼ਿਆਦਾ ਮਦਦ ਦੇ ਵਾਸਤੇ ਐਲਾਨ ਕੀਤੇ ਜਾ ਰਹੇ ਨੇ? ਵੱਖੋ ਵੱਖਰੀਆਂ ਸਿਟੀਜ਼ ਦੇ ਵੱਲੋਂ ਵੀ ਮਦਦ ਮੰਗੀ ਜਾ ਰਹੀ ਹੈ ਕਿ ਫੈਡਰਲ ਸਰਕਾਰ ਕੁਝ ਦੇਵੇ, ਪ੍ਰੋਵਿੰਸ਼ੀਅਲ ਸਰਕਾਰ ਕੁਝ ਦੇਵੇ। ਤੇ ਆਰਥਿਕ ਤੌਰ ਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਕਿਹੋ ਜਿਹੇ ਹਾਲਾਤ ਦੇ ਵਿੱਚੋਂ ਲੰਘ ਰਿਹਾ ਹੈ ਕੈਨੇਡਾ ਇਸ ਵਕਤ ਇਸ ਚੀਜ਼ ਨੂੰ ਲੈ ਕੇ? ਦੇਖੋ ਕਾਫੀ ਸੀਰੀਅਸ ਹਾਲਾਤ ਹੈਗੇ ਆ ਪਰ ਸਰਕਾਰ ਦੀ ਇਹੀ ਜ਼ਿੰਮੇਵਾਰੀ ਹੁੰਦੀ ਕਿ ਜਦੋਂ ਬਹੁਤ ਭੀੜ ਹੁੰਦੀ ਹੈ ਜਦੋਂ ਬਹੁਤ ਲੋੜ ਹੁੰਦੀ ਆ ਉਦੋਂ ਸਰਕਾਰ ਅਸਿਸਟ ਕਰਦੀ ਆ ਨਹੀਂ ਤਾਂ ਆਪਾਂ ਆਪਣੇ ਆਪ ਰੁਜ਼ਗਾਰ ਆਪਣਾ ਕਰਦੇ ਆ ਆਪਣਾ ਆਪ ਦਾ ਘਰ-ਬਾਰ ਚਲਾਉਂਦੇ ਆ ਆਪਣੇ ਆਪ। ਪਰ ਅਸੀਂ ਗਵਰਨਮੈਂਟ ਉਦੋਂ ਆਉਂਦੀ ਹੁੰਦੀ ਜਦੋਂ ਤੁਹਾਨੂੰ ਬਿਮਾਰ ਹੁੰਦਾ ਜਦੋਂ ਕੋਈ ਇੱਦਾਂ ਦੀ ਨੌਬਤ ਆ ਜਾਂਦੀ ਆ ਲੜਾਈ ਹੋ ਜਾਂਦੀ ਆ ਵਾਰ ਹੋ ਜਾਂਦੀ ਆ ਜਾਂ ਇਸ ਟਾਈਪ ਆਫ ਬਿਮਾਰੀ ਹੋ ਜਾਂਦੀ ਆ। ਸੋ ਸਾਡੀ ਪਹਿਲੀ ਚੀਜ਼ ਇਹ ਸੀ ਕਿ ਸਾਨੂੰ ਕਿਸੇ ਦੀ ਐਂਗਜ਼ਾਇਟੀ ਜਿਹੜੀ ਹੈਗੀ ਆ ਉਹ ਸਟ੍ਰੈਸ ਨਾ ਵਧੇ ਇਸ ਬਿਮਾਰੀ ਕਾਰਨ ਉਹਨਾਂ ਨੂੰ ਇਹ ਨਾ ਪਤਾ ਫਿਕਰ ਹੋਵੇ ਮੇਰੀ ਰੋਟੀ ਕੱਲ੍ਹ ਨੂੰ ਚੱਲਣੀ ਕਿ ਨਹੀਂ ਮੈਨੂੰ ਮਕਾਨ ਤੋਂ ਕੱਢ ਤਾਂ ਨਹੀਂ ਦੇਣਾ। ਸੋ ਇਹ ਸਾਡੀ ਬੇਸਿਕਸ ਜਿਹੜੇ ਸੀਗੇ ਉਸ ਤੋਂ ਅਸੀਂ ਉਸੇ ਅਨੁਸਾਰ ਇਹ ਸ਼ੁਰੂ ਕੀਤਾ। ਸੈਕੰਡ ਸੀਗਾ ਕਿ ਜਿਹੜੇ ਬਿਜ਼ਨਸ ਹੈਗੇ ਆ ਸਮਾਲ ਬਿਜ਼ਨਸ ਉਹਨਾਂ ਨੂੰ ਕਿੱਦਾਂ ਹੈਲਪ ਕਰਨਾ ਤਾਂ ਕਿ ਉਹਨਾਂ ਦਾ ਇਹ ਔਖੇ ਟਾਈਮ ਦੇ ਵਿੱਚ ਨਿਗਾਉਣ ਵਾਸਤੇ ਉਹਨਾਂ ਨੂੰ ਸਹਾਇਤਾ ਮਿਲ ਜਾਵੇ ਤਾਂ ਕਿ ਜਦੋਂ ਇਹ ਨੌਬਤ ਮੁੱਕ ਗਈ ਤਾਂ ਉਹ ਬਾਉਂਸ ਬੈਕ ਕਰ ਸਕਣ। ਸੋ ਇਹ ਕਾਫੀ ਸੀਰੀਅਸ ਹੈ ਬਿਲੀਅਨਸ ਆਫ ਡਾਲਰਸ ਹੈਗੇ ਆ ਪਰ ਆਈ ਥਿੰਕ ਕੈਨੇਡੀਅਨ ਕਾਫੀ ਰੈਜ਼ੀਲੀਅੰਟ ਆ ਜਦੋਂ ਇਕਾਨਮੀ ਮੁੜ ਕੇ ਖੁੱਲੀ ਉਹਨੇ ਬਾਉਂਸ ਬੈਕ ਕਰਨਾ ਇਨ ਅ ਵੈਰੀ ਸਟਰੋਂਗ ਵੇ। ਉਹਦੇ ਵਾਸਤੇ ਕੌਨਫੀਡੈਂਸ ਬਿਲਡ ਕਰਨ ਵਾਸਤੇ ਇਹ ਸਾਰੇ ਯਤਨ ਕੀਤੇ ਜਾ ਰਹੇ ਤਾਂ ਕਿ ਸਾਡੇ ਐਵਰੇਜ ਜਿਹੜਾ ਕੈਨੇਡੀਅਨ ਆ ਉਹ ਸਟਰੋਂਗ ਰਹੇ ਉਹ ਚਿੰਤਾ ਨਾ ਕਰੇ ਤਾਂ ਉਹ ਰੈਡੀ ਟੂ ਗੋ ਹੋਵੇ ਜਦੋਂ ਮਾਰਕੀਟ ਮੁੜ ਕੇ ਖੁੱਲੀ। ਤੇ ਫਿਰ ਕੱਲ ਐਗਰੀਕਲਚਰ ਮਿਨਿਸਟਰ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਉਹਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਆਉਂਦੇ ਸਮੇਂ ਦੇ ਵਿੱਚ COVID-19 ਦੇ ਕਰਕੇ ਫੂਡ ਆਈਟਮਸ ਦੀ ਜਿਹੜੀ ਵੈਰਾਈਟੀ ਹੈ ਗਰੋਸਰੀ ਸਟੋਰਸ ਦੇ ਵਿੱਚ ਉਹ ਘੱਟ ਹੋ ਸਕਦੀ ਹੈ ਤੇ ਨਾਲ ਹੀ ਜਿੰਨਾ ਵੀ ਜਿਹੜੇ ਫੂਡ ਆਈਟਮਸ ਆ ਉਹ ਮਹਿੰਗੀਆਂ ਹੋ ਸਕਦੀਆਂ ਨੇ। ਤੇ ਉਹ ਕੀ ਹੈ ਕਿ ਕਦੋਂ ਤੱਕ ਉਹ ਐਵੇਂ ਸਾਹਮਣਾ ਕਰਨਾ ਪੈ ਸਕਦਾ? ਦੇਖੋ ਇਹ ਚੀਜ਼ਾਂ ਉਹਨਾਂ ਨੂੰ ਪ੍ਰਪੇਅਰ ਹੋਣਾ ਪੈਂਦਾ ਕਿਉਂਕਿ ਟੈਂਪਰੇਰੀ ਫੋਰਨ ਵਰਕਰ ਵੀ ਹੁਣ ਫਲਾਈਟਾਂ ਡਿਫਰੈਂਟ ਕੰਟਰੀਆਂ ਦਾ ਔਖੀਆਂ ਫੋਰ ਐਗਜ਼ਾਮਪਲ ਇੰਡੀਆ ਤੋਂ ਆ ਟੈਂਪਰੇਰੀ ਫੋਰਨ ਵਰਕਰ ਆ ਨਹੀਂ ਸਕਦਾ ਕੈਨੇਡਾ ਦੀ ਰੋਕ ਕਰਕੇ ਨਹੀਂ ਪਰ ਉਹਨਾਂ ਕੋਲ ਕਿਉਂਕਿ ਫਲਾਈਟਾਂ ਨਹੀਂ ਖੁੱਲ੍ਹੀਆਂ ਮੈਕਸੀਕੋ ਦਾ ਹੋਰਾਂ ਤੋਂ ਵੀ ਸੇਮ ਪ੍ਰੋਬਲਮ ਹੈ ਉਹ ਚਾਰਟਰ ਕਰਕੇ ਫਲਾਈਟਾਂ ਲਿਆਉਣੀਆਂ ਪੈਂਦੀਆਂ। ਸੋ ਜੇ ਵਰਕਰ ਘੱਟ ਹੋਣਗੇ ਫਸਲ ਨੂੰ ਵੱਢਣ ਵਾਸਤੇ ਜਾਂ ਲਿਆਉਣ ਵਾਸਤੇ ਤਾਂ ਸ਼ੋਰਟੇਜ ਆ ਸਕਦੀ ਆ। ਸੋ ਅਸੀਂ ਕੋਸ਼ਿਸ਼ ਕਰ ਰਹੇ ਇਸ ਦੇ ਨਾਲ ਨਾਲ US ਦੇ ਵਿੱਚ ਉਹਨਾਂ ਦੀ ਆਪ ਦੀਆਂ ਪ੍ਰੋਬਲਮਾਂ। ਸੋ ਸਾਡੇ ਮੋਸਟਲੀ ਸਪਲਾਈ ਚੇਨ ਜਿਹੜੇ ਕੈਨੇਡਾ ਦੇ ਆ ਉਹ ਨੌਰਥ ਸਾਊਥ ਆ ਮਤਲਬ ਕੈਲੀਫੋਰਨੀਆ ਤੋਂ ਸਬਜ਼ੀਆਂ ਵਗੈਰਾ ਇੱਥੇ ਆਉਂਦੀਆਂ ਅਤੇ ਇੱਥੇ ਦੀਆਂ ਉੱਧਰ ਨੂੰ ਜਾਂਦੀਆਂ ਇਸੇ ਤਰ੍ਹਾਂ ਉੱਧਰ ਈਸਟ ਕੋਸਟ ਦੇ ਵਿੱਚ ਆ। ਸੋ ਸਾਨੂੰ ਸਪਲਾਈ ਚੇਨ ਬਦਲਣੇ ਪੈਣੇ ਆ ਜਿਵੇਂ ਈਸਟ ਟੂ ਵੈਸਟ ਤਾਂ ਵੈਸਟ ਟੂ ਈਸਟ ਕਰਨੇ ਪੈਣੇ ਆ ਇੰਸਟੈਡ ਆਫ ਨੌਰਥ ਟੂ ਸਾਊਥ ਜੇ ਉਹ ਚੀਜ਼ ਆਵੇ। ਪਰ ਜਨਰਲੀ ਕੈਨੇਡਾ ਨੈਟ ਫੂਡ ਪ੍ਰੋਡਿਊਸਰ ਹੈਗਾ ਪਲੱਸ ਪ੍ਰੋਡਿਊਸ ਕਰਦਾ ਜਿਵੇਂ ਸਾਡੇ ਪੋਟੇਟੋਜ਼ ਕਣਕ ਲੈਂਟਲਸ ਦਾਲਾਂ ਬੈਰੀਜ਼ ਐਪਲਸ ਫਰੂਟ ਗ੍ਰੀਨ ਪੈਪਰਸ ਗ੍ਰੀਨ ਹਾਊਸ ਸਾਡੇ ਕੋਲ ਬਹੁਤ ਆ। ਸੋ ਕਿਸੇ ਨੂੰ ਆਈ ਥਿੰਕ ਇਹਦੀ ਚਿੰਤਾ ਨਹੀਂ ਕਰਨ ਦੀ ਲੋੜ। ਉੱਦਾਂ ਹੁਣ ਇਹ ਕਿਹਾ ਜ਼ਰੂਰ ਕਿ ਜੇ ਡਿਸਰਪਸ਼ਨ ਹੋਈਆਂ ਸਪਲਾਈ ਚੇਨਾਂ ਦੇ ਵਿੱਚ ਥੋੜ੍ਹਾ ਚਿਰ ਮਹਿੰਗਾਈ ਹੋ ਸਕਦੀ ਆ ਉਸ ਦੇ ਵਿੱਚ ਫਿਰ ਸਾਨੂੰ ਸਵਿਚ ਕਰਨਾ ਪੈਣਾ। ਔਰ ਮੇਰੇ ਖਿਆਲ ਜਿਹੜੇ ਵੱਡੇ ਗਰੋਸਰੀ ਸਟੋਰਸ ਹੈਗੇ ਔਰ ਵੱਡੀਆਂ ਸਪਲਾਈ ਚੇਨਾਂ ਆਲਰੇਡੀ ਇਹਨੂੰ ਫੈਕਟਰ ਕਰ ਰਹੀਆਂ ਵਿੱਚ ਸਾਨੂੰ ਮੈਕਸੀਕੋ ਤੋਂ ਅਮਰੀਕਾ ਤੋਂ ਕਿਤੇ ਰੋਕ ਹੋ ਗਈ ਤਾਂ ਬਾਈ ਸ਼ਿਪ ਲਿਆਉਣਾ ਪੈਣਗੇ ਕੀ ਕਰੀਏ ਜਾਂ ਸਾਨੂੰ ਜੇ ਨੌਰਥ ਟੂ ਸਾਊਥ ਦੇ ਬਗੈਰ ਈਸਟ ਟੂ
ਵੈਸਟ ਸਪਲਾਈ ਚੇਨ ਚੇਂਜ ਕਰਨੀ ਪਊ, ਅਸੀਂ ਕਿਸ ਤਰ੍ਹਾਂ ਕਰਾਂਗੇ, ਔਰ ਕਾਫੀ ਮੋਬਾਈਲ ਕੈਨੇਡਾ ਹੈਗਾ ਉਹ ਕਰ ਸਕੂਗਾ। ਪਰ ਅਸੀਂ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਜਿਵੇਂ ਟੈਂਪਰੇਰੀ ਫੋਰਨ ਵਰਕਰਾਂ ਨੂੰ ਆ ਕੇ 14 ਦਿਨ ਕੁਆਰੰਟੀਨ ਕਰਨਾ ਪੈਂਦਾ, ਅਸੀਂ ਉਹ ਵੀ ਕੀਤਾ ਕਿ ਉਹਨਾਂ ਨੂੰ ਪੇ ਜ਼ਰੂਰ ਦੇਣੀ ਪੈਣੀ ਹੈ, ਕਿਉਂਕਿ ਕੈਨੇਡਾ ਦਾ ਕਾਨੂੰਨ ਦੇ ਮੁਤਾਬਕ ਤੁਹਾਨੂੰ ਜਦੋਂ ਵਰਕਰ ਨੂੰ ਤੁਸੀਂ ਲਿਆਉਂਦੇ ਜੇ ਕੁਆਰੰਟੀਨ ਕੀਤਾ ਜਾਂਦਾ ਉਹਨੂੰ ਪੇ ਕਰਨੀ ਪੈਂਦੀ। ਪਰ ਉਹ ਫਾਰਮਰਾਂ ਲਈ ਔਖਾ ਸੀ ਕਿਉਂਕਿ 14 ਦਿਨ ਉਹਨਾਂ ਨੂੰ ਫਸਲ ਦੇ ਕੋਈ ਕੰਮ ਨਹੀਂ ਹੋਣਾ, ਪਰ ਉਹਨੂੰ ਪੇ ਕਰਨਾ ਪੈਣਾ। ਉਹਨਾਂ ਵਾਸਤੇ ਪਰ ਟੈਂਪਰੇਰੀ ਫੋਰਨ ਵਰਕਰ ਜਿਹੜਾ ਉਹਨਾਂ ਦੇ ਫਾਰਮ ਤੇ ਕੰਮ ਕਰੂਗਾ, ਜਿਹੜਾ ਕੁਆਰੰਟੀਨ ਹੋਊਗਾ, ਉਹਨੂੰ $1500 ਮਿਲੂਗਾ। ਸੋ ਬੇਸਿਕਲੀ ਜਿੰਨੀ ਉਹਦੀ ਸੈਲਰੀ ਉਹ 15 ਦਿਨਾਂ ਦੀ ਉਹ ਸਰਕਾਰ ਦੇਊਗੀ, ਤਾਂ ਕਿ ਉਹਨਾਂ ਨੂੰ ਕੋਈ ਉਹ ਪਰਸਨਲ ਪਿੰਚ ਨਾ ਹੋਵੇ, ਫੀਲ ਨਾ ਹੋਵੇ। ਇਸ ਦੇ ਨਾਲ ਹੀ ਜਿਹੜਾ ਹੋਰ ਐਲਾਨ ਕੀਤੇ ਜਾ ਰਹੇ ਨੇ, ਤੇ ਤੁਸੀਂ ਕਿਹਾ ਕਿ ਹੋ ਸਕਦਾ ਕੁਝ ਸਮੇਂ ਲਈ ਮਹਿੰਗਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਤੇ ਜਦੋਂ ਕਿਸੇ ਚੀਜ਼ ਦਾ ਰੇਟ ਵੱਧ ਜਾਂਦਾ ਹੈ ਤਾਂ ਮਹਿੰਗਾਈ ਹੁੰਦੀ ਹੈ, ਤਾਂ ਮੁੜ ਤੋਂ ਜਦੋਂ ਬੇਸ਼ੱਕ ਆਰਥਿਕਤਾ ਲੀਹ ਤੇ ਆ ਵੀ ਜਾਵੇ ਉਹ ਰੇਟ ਨਹੀਂ ਘੱਟ ਹੁੰਦਾ, ਤਾਂ ਕੀ ਉਹ ਫਿਰ ਮੁੜ ਤੋਂ ਜਦੋਂ ਲੀਹ ਤੇ ਆ ਜਾਊਗਾ ਐਵੇਂ ਦੇ ਜਿਹੜੇ ਰੇਟ ਵਧਣੇ ਨੇ ਉਹ ਘੱਟ ਹੋ ਜਾਣਗੇ? ਆਈ ਥਿੰਕ ਹੋਣਗੇ। ਸੋ ਕੈਨੇਡਾ 'ਚ ਇਹ ਕੰਪੀਟੀਸ਼ਨ ਕਾਫੀ ਗੁੱਡ ਆ, ਹੈਲਥੀ ਕੰਪੀਟੀਸ਼ਨ ਆ। ਸਾਡੇ ਕੋਲ ਕੋਈ ਮੋਨੋਪਲੀਆਂ ਸਪਲਾਇਰਾਂ ਦੀਆਂ ਜਾਂ ਫਰੂਟ ਜਾਂ ਪ੍ਰੋਡਿਊਸ ਦੀ ਨਹੀਂ ਹੈਗੀਆਂ। ਸੋ ਆਈ ਥਿੰਕ ਮੁੜ ਕੇ ਰੀਜ਼ਨੇਬਲ ਕਾਸਟ 'ਤੇ ਆ ਜਾਊਗੀਆਂ। ਔਰ ਇਹ ਵੀ ਵਰਸਟ ਕੇਸ ਸਿਨੈਰੀਓ ਕਿਹਾ ਗਿਆ। ਆਈ ਥਿੰਕ ਸੋ ਫਾਰ ਜੇ ਤੁਸੀਂ ਦੇਖੋ ਹਜੇ ਮਹਿੰਗਾਈ ਨਹੀਂ ਹੋਣ ਦਿੱਤੀ। ਕੋਈ ਸਾਈਡ ਸਟੋਰ ਆ ਇੱਕ ਦੋਵਾਂ ਨੇ ਆਟੇ ਉੱਟੇ 'ਤੇ ਕੀਤਾ ਸੀਗਾ, ਜਾਂ ਕੋਈ ਹੈਂਡ ਸੈਨੀਟਾਈਜ਼ਰ ਜਾਂ ਇੱਦਾਂ ਦੇ ਪ੍ਰੋਡਕਟਸ, ਪਰ ਜਨਰਲੀ ਫੂਡ ਸਪਲਾਈ ਚਾਹੇ ਦੁੱਧ ਹੋਵੇ ਆਪਣਾ, ਚਾਹੇ ਪ੍ਰੋਡਿਊਸ ਹੋਵੇ, ਚਾਹੇ ਬ੍ਰੈਡ ਹੋਵੇ, ਉਹਦੇ ਉੱਤੇ ਕੋਈ ਨਹੀਂ ਮਹਿੰਗਾਈ ਹੋਈ। ਆਈ ਥਿੰਕ ਕਾਫੀ ਰੀਜ਼ਨੇਬਲ ਕੰਟਰੋਲ 'ਚ ਇੱਦਾਂ ਹੀ ਰਹੂਗੀ। ਸੋ ਆਈ ਥਿੰਕ ਕਾਫੀ ਯਤਨ ਹੈਗੇ ਆ ਜਿਹਦੇ ਨਾਲ ਇਹ ਮਹਿੰਗਾਈ ਨਹੀਂ, ਔਰ ਸਪੈਸ਼ਲੀ ਜੇ ਕੋਈ ਉਹਨਾਂ ਦੀ ਕਲੂਜਨ ਕਿਤੇ ਹੋਵੇ ਵੀ ਸਲਾਹ ਦੇ ਨਾਲ ਉਹ ਪ੍ਰਾਈਸਾਂ ਵਧਾ ਰਹੇ, ਉਹਦੇ ਉੱਤੇ ਕਾਨੂੰਨੀ ਤੌਰ 'ਤੇ ਕਾਰਵਾਈ ਵੀ ਹੁੰਦੀ ਹੈ, ਔਰ ਬਹੁਤ ਸਖਤ ਹੁੰਦੀ ਹੈ। ਅੱਗੇ ਪੈਸ ਦੇ ਵਿੱਚ ਬ੍ਰੈਡ ਕੰਪਨੀਆਂ ਨੂੰ ਕਾਫੀ ਫਾਈਨ ਹੋਇਆ ਸੀ ਜਦੋਂ ਨਹੀਂ ਇਹ ਕੀਤਾ ਸੀਗਾ। ਸੋ ਆਈ ਥਿੰਕ ਉਹ ਨਹੀਂ ਹੋਊਗਾ ਮੁੜ ਕੇ ਫਿਰ। ਜਦੋਂ ਟਰੱਕ ਡਰਾਈਵਰਸ ਦੀ ਸੁਰੱਖਿਆ ਦੀ ਗੱਲ ਆਈ ਤਾਂ ਫਿਰ ਇਹ ਦਾਅਵੇ ਕੀਤੇ ਗਏ ਸਨ ਕਿ ਉਹਨਾਂ ਦਾ ਜਿਹੜਾ ਕੰਮ ਹੋ ਰਿਹਾ ਉਹਦੇ ਵਿੱਚ ਪੇਪਰ ਵਰਕ ਘਟਾ ਦਿੱਤਾ ਗਿਆ, ਕਿ ਈਮੇਲਸ ਦੇ ਉੱਤੇ ਜ਼ਿਆਦਾ ਹੋ ਰਿਹਾ। ਪਰ ਜਦੋਂ ਸਾਡੀ ਟਰੱਕਰਸ ਦੇ ਨਾਲ ਗੱਲ ਹੋਈ ਉਹ ਕਹਿੰਦੇ ਵੀ ਇਹ ਕੋਈ ਫਰਕ ਨਹੀਂ ਪਿਆ, ਵੀ ਪੇਪਰ ਵਰਕ ਪੂਰਾ ਹਜੇ ਵੀ ਹੋ ਰਿਹਾ। ਇਹ ਦੇਖੋ ਕਈ ਚੀਜ਼ਾਂ ਹੁਣ ਇਹ ਮੈਂ ਐਗਜ਼ਾਮਪਲ ਦਿੱਤਾ ਸੀ ਕਿ ਕਈ ਟਰੱਕਿੰਗ ਕੰਪਨੀਆਂ ਦਾ ਇਹ ਚੇਂਜਸ ਆਏ ਆ ਜਿੱਥੇ ਉਹਨੀ ਪੇਪਰ ਕਾਫੀ ਘਟਾਇਆ, ਉਹਨੀ ਡਾਇਰੈਕਟ ਈਮੇਲ ਟੂ ਈਮੇਲ ਕੀਤਾ। ਪਰ ਹੋਰ ਵੀ ਪੇਪਰ ਵਰਕ ਦੇ ਕਾਫੀ ਸਾਧਨ ਹੈਗੇ। ਆਪਾਂ ਬੈਂਕਾਂ ਵੀ ਜਾਂਦੇ ਹਾਂ, ਤੁਸੀਂ ਆਪਣਾ ਪੈਨ ਲੈ ਕੇ ਜਾਓ ਜਦੋਂ ਤੁਸੀਂ ਸਾਈਨ ਕਰਨਾ ਆ, ਤੁਸੀਂ ਗਲਵ ਪਾ ਕੇ ਜਾਓ ਜਦੋਂ ਤੁਸੀਂ ਪੇਪਰ ਵਰਕ ਚੱਕਣਾ ਆ, ਹੈਂਡ ਸੈਨੀਟਾਈਜ਼ਰ ਵਰਤੋ ਜਦੋਂ ਤੁਸੀਂ ਟੱਚ ਕੀਤਾ ਜੀ ਯੂਜ਼ ਕੀਤਾ। ਸੋ ਦੇਰ ਆਰ ਵੇਜ਼ ਜਿਹਨੂੰ ਤੁਸੀਂ ਇਹਨੂੰ ਮਿਟੀਗੇਟ ਕਰ ਸਕਦੇ ਆ। ਪਰ ਸਾਨੂੰ ਟਰੱਕਿੰਗ ਜ਼ਰੂਰ ਚਲਾਉਣੀ ਚਾਹੀਦੀ, ਔਰ ਈਵਨ ਮੈਂ ਡਰਾਈਵਰਾਂ ਨੂੰ ਵੀ ਵੀਰਾਂ ਤੇ ਭੈਣਾਂ ਨੂੰ ਕਹਿੰਦਾ ਕਿ ਉਹ ਵੀ ਜੇ ਉਹਨਾਂ ਕੋਲ ਸੁਝਾਅ ਵਧੀਆ ਹੋਣ ਉਹ ਆਪਣੇ ਕੰਪਨੀਆਂ ਨੂੰ, ਮਾਲਕਾਂ ਨੂੰ ਦੱਸਣ ਕਿ ਆਹ ਚੀਜ਼ ਜੇ ਅਸੀਂ ਕਰ ਲਈਏ ਬੈਟਰ ਹੈ, ਜਾਂ ਮੈਨੂੰ ਆਹ ਤੁਸੀਂ ਹੈਂਡ ਸੈਨੀਟਾਈਜ਼ਰ ਪ੍ਰੋਵਾਈਡ ਕਰ ਦਿਓ, ਜਾਂ ਗਲਵਜ਼ ਤਾਂ ਅਸੀਂ ਬੈਟਰ ਕਰ ਸਕਦੇ, ਜਾਂ ਉਹ ਆਪਣੀ ਸੁਰੱਖਿਆ ਲਈ ਆਪ ਵੀ ਲੈ ਲੈਣ, ਤਾਂ ਚਾਹੇ ਉਹਨਾਂ ਨੂੰ ਕਾਸਟਲੀ ਬਿਲਿੰਗ ਬਾਅਦ 'ਚ ਭੇਜ ਦੇਣ। ਪਰ ਇਹ ਚੀਜ਼ ਦੇ ਨਾਲ ਆਪਾਂ ਐਡਜਸਟ ਕਰ ਸਕਦੇ ਹਾਂ। ਜਿਵੇਂ ਆਪਾਂ ਗਰੋਸਰੀ ਸਟੋਰ ਨੂੰ ਵੀ ਜਾਂਦੇ ਹਾਂ, ਆਪਾਂ ਹੁਣ ਸਾਰਿਆਂ ਨੂੰ ਦੱਸਿਆ ਕਿ ਗਰੋਸਰੀ ਜਾਓ, ਗਲਵ ਪਾ ਕੇ ਜਾਓ, ਜੋ ਤੁਸੀਂ ਲਿਆਉਂਦੇ ਆ ਗਰੋਸਰੀ ਨੂੰ ਸਾਰਿਆਂ ਨੂੰ ਵਾਈਪ ਡਾਊਨ ਲਾਈਸੋਲ ਨਾ ਕਰੋ। ਸੋ ਆਪਾਂ ਵੀ ਈਵਨ ਆਪਣੇ ਡੇ ਟੂ ਡੇ ਲਾਈਫ ਦੇ ਵਿੱਚ ਵੀ ਇਹ ਐਡਜਸਟਮੈਂਟ ਕਰਦੇ। ਆਪਾਂ ਇਹ ਨਹੀਂ ਕਹਿੰਦੇ ਕਿ ਗਰੋਸਰੀ ਸਟੋਰ ਸਾਰਾ ਕੁਝ ਕਰਕੇ ਦੇਵੇ, ਉਹਨਾਂ ਦੇ ਆਪਣੇ ਪ੍ਰੋਟੈਕਸ਼ਨ ਮੈਜਰ ਹੈਗੇ ਆ ਕਾਊਂਟਰ ਤੇ ਸਾਨੂੰ ਆਪਣੇ ਕਰਨੇ ਪੈਂਦੇ ਆ। ਸੋ ਇਸ ਤਰ੍ਹਾਂ ਕਈ ਕੰਮ ਦੇ ਵਿੱਚ ਤਬਦੀਲੀਆਂ ਆਈਆਂ ਜਿਹਨਾਂ ਤੁਹਾਨੂੰ ਚੇਂਜ ਕਰਨਾ ਪੈਣਾ, ਔਰ ਉਹ ਇਸੇ ਤਰ੍ਹਾਂ ਨੈਸੈਸਿਟੀ ਇਨੋਵੇਟ ਕਰਦੀ ਲੋਕਾਂ ਨੂੰ ਕਿ ਤੁਸੀਂ ਆਪਣੇ ਹੱਲ ਲੱਭੋ ਉਸ ਪ੍ਰੋਬਲਮ ਵਾਸਤੇ। ਜੀ ਆਖਰੀ ਸਵਾਲ ਹੈ ਮੇਰਾ ਕਿ ਜਿੰਨੇ ਵੀ ਹੁਣ ਲੋਕਾਂ ਦੇ ਵੱਲੋਂ ਸਵਾਲ ਆ ਰਹੇ ਨੇ, ਕਿਉਂਕਿ ਬਹੁਤ ਸਾਰੇ ਸਵਾਲ ਨੇ, ਵੱਖੋ ਵੱਖਰੇ ਤਰ੍ਹਾਂ ਦੀਆਂ ਦਿੱਕਤਾਂ ਨੇ, ਤੇ ਚਾਹੇ ਉਹ ਫੋਰਨ ਵਰਕਰਸ ਹੈ, ਚਾਹੇ ਸਟੂਡੈਂਟਸ ਹੈ, ਚਾਹੇ ਇੱਥੋਂ ਦੇ ਨਾਗਰਿਕ ਹੀ ਨੇ, ਪਰ ਉਹਨਾਂ ਦੇ ਵੱਲੋਂ ਜੋ MP ਆਫਿਸ ਤੋਂ ਸਵਾਲ ਪੁੱਛੇ ਜਾਂਦੇ ਨੇ, ਤੇ ਇਸ ਵਕਤ ਕਿਵੇਂ ਉਹਨਾਂ ਦੇ ਨਾਲ ਕੰਟੈਕਟ ਦਾ ਜ਼ਰੀਆ ਸਹੀ ਹੈ ਕਿ ਉਹ ਫੋਨ ਕਰ ਸਕਦੇ ਨੇ ਜਾਂ ਉਹਨਾਂ ਨੂੰ ਈਮੇਲਸ ਦੇ ਉੱਤੇ ਆਨਸਰ ਜਾ ਰਹੇ ਨੇ? ਦੇਖੋ ਅਸੀਂ ਸਾਰੇ ਤਰੀਕੇ ਨਾਲ ਕਰ ਰਹੇ। ਸੋ ਸਾਡੇ ਆਫਿਸ ਨੇ ਅੱਜ ਸ਼ਾਮ ਨੂੰ ਜ਼ੂਮ ਕਾਲ ਵੀ ਕਰਨਾ ਸਾਡੇ ਪ੍ਰੋਵਿੰਸ਼ੀਅਲ MLA ਰਚਨਾ ਸਿੰਘ ਦੇ ਨਾਲ, ਜਿਹਦੇ ਨਾਲ ਕੋਈ ਵੀ ਜਿਹੜੇ ਆ ਬੈਨੀਫਿਟਸ ਦੀ ਗੱਲ ਹੈ, ਜੇ ਕੋਈ ਕੁਐਸਚਨ ਆ ਤੁਸੀਂ ਆਨਸਰ ਕਰ ਸਕਦੇ। ਤੁਸੀਂ ਫੇਸਬੁੱਕ ਲਾਈਵ ਦੇ ਉੱਤੇ ਤੁਸੀਂ ਆਪਣੇ ਕੁਐਸਚਨ ਭੇਜ ਸਕਦੇ, ਅਸੀਂ ਉਹਨਾਂ ਨੂੰ ਲਾਈਵ ਆਨਸਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਅਸੀਂ ਸਾਡੇ ਆਫਿਸ ਦੇ ਕਾਲ ਜਿਹੜੇ ਐਵਰੀ 2 ਆਵਰਸ ਚੈੱਕ ਕਰਦੇ ਹਾਂ ਔਰ ਸਾਰਿਆਂ ਨੂੰ ਰਿਸਪੌਂਸ ਬੈਕ ਕਰਦੇ ਹਾਂ। ਤੀਸਰਾ ਆਪਸ਼ਨ ਹੈਗਾ ਵਾਇਆ ਈਮੇਲ। ਸੋ ਈਮੇਲ ਵੀ, ਔਰ ਜਿੱਥੇ ਸਾਡਾ ਸਟਾਫ ਹੈਲਪ ਕਰ ਸਕਦਾ ਸਟਾਫ ਸਾਡਾ ਹੈਲਪ ਕਰਦਾ, ਜਿੱਥੇ ਮੈਨੂੰ ਆਪ ਇੰਟਰਵੀਨ ਕਰਨ ਦੀ ਲੋੜ ਹੈ ਜਾਂ ਕਾਲ ਬੈਕ ਕਰਨ ਦੀ ਲੋੜ ਹੈ ਤਾਂ ਮੈਂ ਆਪ ਕਰਦਾ। ਸੋ ਅਸੀਂ ਹਰ ਇੱਕ ਚੀਜ਼ ਦੇ ਯਤਨ ਕੀਤੇ ਆ। ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਅਸੀਂ ਵਰਚੁਅਲ ਮੀਟਿੰਗਸ ਵੀ ਕਰਨ ਦੀ ਯਤਨ ਕਰੀਏ, ਜਿੰਨੀ ਕਿਸੇ ਨੇ ਸਕਾਈਪ ਰਾਹੀਂ ਜਾਂ ਫੇਸ ਟਾਈਮ ਰਾਹੀਂ ਜਾਂ WhatsApp ਕਾਲ ਰਾਹੀਂ, ਵੀਡੀਓ ਕਾਲ ਰਾਹੀਂ ਮੇਰੇ ਨਾਲ ਗੱਲ ਕਰਨੀ ਹੈ, ਉਹ ਵੀ ਅਸੀਂ ਅਰੇਂਜ ਕਰਾਂਗੇ। ਪਰ ਸੋ ਫਾਰ ਜਿੰਨੇ ਵੀ ਲੋਕ ਸਾਨੂੰ ਰੀਚ ਕਰਨਾ ਚਾਹੁੰਦੇ ਉਹ ਪ੍ਰੀਟੀ ਸਕਸੈਸਫੁਲ ਰਹੇ ਆ। ਪਰ ਮੈਂ ਇਹ ਜ਼ਰੂਰ ਕਹਿਣਾ ਕਿ ਕਈ ਲੋਕ
ਫੇਸਬੁੱਕ ਦੇ ਮੈਸੇਜ ਰਾਹੀਂ ਜਾਂ ਇੰਸਟਾਗ੍ਰਾਮ ਦੇ ਮੈਸੇਜ ਰਾਹੀਂ ਜਾਂ ਟਵਿੱਟਰ ਦੇ ਉਹ ਔਖਾ ਸਾਨੂੰ ਕਾਫੀ ਚੀਜ਼ਾਂ ਤੋਂ ਲੱਭਣਾ ਪੈਂਦਾ। ਜੇ ਤੁਸੀਂ ਫਰੈਂਡ ਹਜੇ ਅਪਰੂਵ ਨਹੀਂ ਹੈਗੇ, ਉਹ ਡਿਫਰੈਂਟ ਕਾਲਮ ਚੱਲ ਜਾਂਦਾ, ਕਈ ਵਾਰੀ 1-2 ਦਿਨ ਲੱਗ ਜਾਂਦੇ ਉਹਨਾਂ ਨੂੰ ਰਿਸਪੌਂਡ ਕਰਨ ਨੂੰ। ਪਰ ਸਾਡੇ ਆਫਿਸ 'ਤੇ ਈਮੇਲ ਕਰ ਦਿਓ ਜਾਂ ਕਾਲ ਕਰ ਦਿਓ, ਉਹ ਬਹੁਤ ਈਜ਼ੀ ਆ, ਉਹਦਾ ਫਾਸਟੈਸਟ ਰਿਸਪੌਂਸ ਰੇਟ ਹੈਗਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ। ਤੇ ਦਰਸ਼ਕਾਂ ਨੂੰ ਮੈਂ ਇੱਥੇ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਕਿ ਐਮਪੀ ਦੇ ਵੱਲੋਂ ਦੱਸਿਆ ਗਿਆ, ਤੁਸੀਂ ਈਮੇਲ ਜਾਂ ਫੋਨ ਕਰਕੇ ਸੰਪਰਕ ਕਰ ਸਕਦੇ ਹੋ। ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਐਮਪੀ ਆਫਿਸ ਵਿੱਚ ਕੰਟੈਕਟ ਕਰ ਸਕਦੇ ਹੋ। ਤੁਹਾਡਾ ਧੰਨਵਾਦ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।